ਜੂਨ 1984 ਦੇ ਘੱਲੂਘਾਰਾ ਦੇ ਉੱਪਰ ਫਰੀਦਕੋਟ ਖਬਰਨਾਮਾ ਦੀ ਇੱਕ ਵਿਸ਼ੇਸ਼ ਰਿਪੋਰਟ। ਜੂਨ 1984 ਦੇ ਘੱਲੂਘਾਰੇ ਨੂੰ ਜਦੋਂ ਦਰਬਾਰ ਸਾਹਿਬ ਉੱਪਰ ਆਪਰੇਸ਼ਨ ਬਲੂ ਸਟਾਰ ਕੀਤਾ ਜਾਂਦਾ ਹੈ, 1 ਜੂਨ ਨੂੰ ਸ਼ੁਰੂ ਹੁੰਦਾ ਹੈ ਅਤੇ 6 ਜੂਨ ਤੱਕ ਚੱਲਦਾ ਹੈ। ਅਜਿਹੇ ਵਿੱਚ ਹਜ਼ਾਰਾਂ ਹੀ ਸਿੱਖ ਸ਼ਹੀਦ ਹੁੰਦੇ ਨੇ, ਜਿਨ੍ਹਾਂ ਵਿੱਚ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹ ਵੀ ਸ਼ਹੀਦੀ ਪਾ ਜਾਂਦੇ ਨੇ ਅਤੇ ਹੋਰ ਕਈ ਅਜਿਹੇ ਸਿੱਖ ਨੌਜਵਾਨ ਸਨ ਜਿਨ੍ਹਾਂ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਜਿਨ੍ਹਾਂ ਉੱਪਰ ਲਗਾਤਾਰ ਤਸ਼ੱਦਦ ਕੀਤਾ ਜਾਂਦਾ ਹੈ। ਅਜਿਹੀ ਇੱਕ ਸ਼ਖਸ ਜੋ ਹੁਣ ਤੱਕ ਗੁੰਮਨਾਮ ਰਿਹਾ, ਉਸ ਸ਼ਖਸ ਨਾਲ ਤੁਹਾਨੂੰ ਫਰੀਦਕੋਟ ਖਬਰਨਾਮੇ ਰਾਹੀਂ ਅਸੀਂ ਮਿਲਾਉਣ ਜਾ ਰਹੇ ਹਾਂ। ਉਹਨਾਂ ਦਾ ਨਾਂ ਹੈ ਗਿਆਨੀ ਬੂਟਾ ਸਿੰਘ ਦੀਪਕ ਜੋਧਪੁਰੀ। ਅਸੀਂ ਉਹਨਾਂ ਨਾਲ ਪਹੁੰਚ ਕੇ ਪੂਰੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਉਸ ਸਮੇਂ ਦਾ ਦਿਖਾਂਤ ਸਾਰਾ ਵਰਣਨ ਕੀਤਾ ਕਿ ਕਿਸ ਤਰ੍ਹਾਂ ਫੌਜ ਵੱਲੋਂ ਅਟੈਕ ਕੀਤਾ ਗਿਆ, ਕਿਸ ਤਰ੍ਹਾਂ ਅਟੈਕ ਦੌਰਾਨ ਕਿੰਨੇ ਸਿੱਖ ਨੌਜਵਾਨ ਸ਼ਹੀਦ ਹੋਏ, ਕਿਵੇਂ ਪਾਣੀ ਦਾ ਕਨੈਕਸ਼ਨ ਕੱਟਿਆ ਗਿਆ ਅਤੇ ਸਭ ਤੋਂ ਪਹਿਲਾਂ ਗੋਲੀ ਕਦੋਂ ਚੱਲੀ। ਨਾਲ ਹੀ ਜੋ ਹੋਰ ਜੇਲ੍ਹਾਂ ਵਿੱਚ ਬੰਦ 365 ਦੇ ਸਿੱਖ ਆਗੂਆਂ ਉੱਪਰ ਜੋ ਤਸ਼ੱਦਦ ਹੁੰਦਾ ਹੈ, ਉਸ ਬਾਰੇ ਦੱਸਿਆ ਗਿਆ। ਸਾਰਾ ਹੀ ਮੁਲਾਂਕਣ ਉਹਨਾਂ ਵੱਲੋਂ ਸਾਰਾ ਮੀਡੀਆ ਸਾਹਮਣੇ ਦੱਸਿਆ ਗਿਆ, ਜੋ ਹੁਣ ਤੱਕ ਉਹਨਾਂ ਨੇ ਆਪਣੇ ਪਿੰਡੇ ਉੱਪਰ ਹੰਢਾਇਆ ਹੈ। ਬੂਟਾ ਸਿੰਘ, ਗਿਆਨੀ ਬੂਟਾ ਸਿੰਘ ਦੀਪਕ ਜੋਧਪੁਰੀ ਨੇ ਦੱਸਿਆ ਕਿ 1 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਸ਼ੁਰੂਆਤ ਹੁੰਦਾ ਹੈ ਅਤੇ 6 ਜੂਨ ਨੂੰ ਖਤਮ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਕੁਝ ਸਿੱਖ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਜਿੱਥੋਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਫੌਜ ਵੱਲੋਂ ਪਹਿਲਾਂ ਪਾਣੀ ਵਾਲੀ ਟੈਂਕੀ ਭੰਨੀ ਗਈ ਅਤੇ ਫਿਰ ਬਿਜਲੀ ਦੀ ਸਪਲਾਈ ਬੰਦ ਕੀਤੀ ਗਈ ਅਤੇ ਇਸ ਤਰ੍ਹਾਂ ਕਈ ਸਿੱਖਾਂ ਨੂੰ ਭੁੱਖੇ ਪਾਸੇ ਅਤੇ ਅੱਤ ਦੀ ਗਰਮੀ ਵਿੱਚ ਸਹਿੰਦਿਆਂ ਹੋਇਆਂ ਬਿਨਾਂ ਗੋਲੀ ਵੀ ਸ਼ਹੀਦ ਹੋ ਗਏ ਸਨ। ਤੁਸੀਂ ਵੀ ਸੁਣੋ ਗਿਆਨੀ ਬੂਟਾ ਸਿੰਘ ਜੀ ਤੋਂ ਸਾਰਾ ਹੀ ਦੁਖਾਂਤ ਕਿਵੇਂ ਉਹਨਾਂ ਦੇ ਵਾਪਰਿਆ, ਤੁਸੀਂ ਆਪ ਸੁਣੋ। ਹੈ ਕਿ 1 ਜੂਨ ਨੂੰ ਲਗਭਗ 12 ਵਜੇ ਇਹ ਜਿਹੜੀ CRP ਤੇ BSF ਉੱਥੇ ਲੱਗੀ ਹੋਈ ਸੀ, ਉਹਨਾਂ ਵੱਲੋਂ ਗੋਲੀ ਚਲਾਈ ਗਈ 1 ਜੂਨ 1984 ਨੂੰ 12 ਵਜੇ ਪਹਿਲੀ ਗੋਲੀ ਚਲਾਈ ਗਈ, ਜਿਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹ ਗੁਰੂ ਰਾਮਦਾਸ ਲੰਗਰ ਦੀ ਛੱਤ ਉੱਪਰ ਜਿਵੇਂ ਰੋਜ਼ਾਨਾ ਪਹਿਲਾਂ ਹੁੰਦੇ ਸਨ ਉੱਥੇ ਸਨ, ਅਤੇ ਉਸ ਵੇਲੇ ਦਾਸ ਸਟੇਜ ਦੇ ਉੱਪਰ ਪ੍ਰਚਾਰ ਕਰ ਰਿਹਾ ਸੀ। ਉਹ ਗੋਲੀ ਜਿਹੜੀ ਹੈ ਉਹ 12 ਵਜੇ ਤੋਂ ਲੈ ਕੇ ਸ਼ਾਮ ਤੱਕ ਉਹ ਗੋਲੀ ਚੱਲੀ ਔਰ ਹਾਲਾਤ ਜਿਹੜੇ ਹਨ, ਹਾਲਾਤ ਬਹੁਤ ਜ਼ਿਆਦਾ ਅੱਗੇ ਬਦਤਰ ਹੀ ਹੁੰਦੇ ਗਏ, ਕਿਉਂਕਿ ਇਹ ਗਿਣੀ ਮਿੱਥੀ ਜਿਹੜੀ ਇੱਕ ਸਾਜ਼ਿਸ਼ ਸੀ, ਉਹਦੇ ਅਧੀਨ ਇਹ ਜਿਹੜਾ ਜਿਹਨੂੰ ਆਪਾਂ ਸਿੱਖ ਬੋਲੀ ਵਿੱਚ ਇਹਨੂੰ ਆਪਾਂ ਤੀਜਾ ਘੱਲੂਘਾਰਾ ਕਹਿੰਦੇ ਹਾਂ, ਅਤੇ ਜਿਹੜੀ ਸਰਕਾਰੀ ਜਿਹੜਾ ਕੋਡ ਹੈ ਉਹਦੇ ਮੁਤਾਬਕ ਉਹ ਬਲੂ ਸਟਾਰ ਆਪਰੇਸ਼ਨ ਹੈ। ਤਾਂ ਉਹ ਜਿਹੜਾ 1 ਜੂਨ ਨੂੰ 12 ਵਜੇ ਇਹਦੀ ਪ੍ਰਾਰੰਭਤਾ ਹੋ ਗਈ ਸੀ, ਭਾਵ ਉਹਨਾਂ ਵੱਲੋਂ ਇਹ ਜਿਹੜਾ ਟੈਸਟ ਹੋਣਾ ਸ਼ੁਰੂ ਹੋ ਗਿਆ ਸੀਗਾ ਕਿ ਆਪਾਂ ਦੇਖੋ ਕਿਹੜੇ ਮੋਰਚੇ 'ਤੇ ਕਿਹੜੇ ਕਿਹੜੇ ਹਥਿਆਰ ਹੈ, ਕਿਹੜੇ ਮੋਰਚੇ 'ਤੇ ਕਿਸ ਤਰੀਕੇ ਨਾਲ ਉੱਥੇ ਸਿੰਘ ਤੈਨਾਤ ਹੈ। ਇਹ ਇੱਕ ਟੈਸਟ ਦੇ ਰੂਪ ਦੇ ਵਿੱਚ ਉਹਨਾਂ ਨੇ 12 ਵਜੇ ਗੋਲੀ ਚਲਾ ਕੇ ਅਤੇ ਇਸ ਨੂੰ ਵੇਖਿਆ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਔਰ ਜਰਨਲ ਸ਼ਵੇਗ ਸਿੰਘ ਜੀ, ਹੋਰ ਜਿਹੜੇ ਮੁਖੀ ਸਿੱਖਾਂ ਵੱਲੋਂ ਜਿਹੜੀ ਇਹ ਹਦਾਇਤ ਸੀ ਬਈ ਆਪਾਂ ਜਿਹੜੀ ਗੋਲੀ ਹੈ ਉਹ ਬਿਲਕੁਲ ਨਹੀਂ ਚਲਾਉਣੀ, ਉਹਨਾਂ ਨੂੰ ਅਸੀਂ ਸ਼ੋਅ ਨਹੀਂ ਕਰਨ ਦੇਣਾ ਕਿ ਸਾਡੇ ਕੋਲ ਕਿਹੜੇ ਹਥਿਆਰ ਹੈ। ਇਸ ਕਰਕੇ ਉੱਧਰੋਂ ਜਿਹੜੀ ਗੋਲੀ ਬਹੁਤ ਜ਼ਬਰਦਸਤ ਚੱਲੀ, ਜਿਹਦੇ ਵਿੱਚ ਸਰਦਾਰ ਮਹਿੰਗਾ ਸਿੰਘ ਜੀ ਬੱਬਰ ਔਰ 12-13 ਹੋਰ ਸੰਗਤ ਦੇ ਜਿਹੜੇ ਸ਼ਰਧਾਲੂ ਸੀ ਉਹ ਵੀ ਸ਼ਹੀਦ ਹੋ ਗਏ ਸੀ। 1 ਤਰੀਕ ਨੂੰ ਉਹਨਾਂ ਦਾ ਸੰਸਕਾਰ ਵੀ ਉੱਥੇ ਕੀਤਾ ਗਿਆ ਅਤੇ 1 ਤਰੀਕ ਨੂੰ 12 ਵਜੇ ਗੋਲੀ ਸ਼ੁਰੂ ਹੋਈ ਜੀ। ਅਤੇ ਖਾਲਸਾ ਜੀ ਕਿੰਨੇ ਕੁ ਸਿੱਖ ਉਸ ਟਾਈਮ ਸਿੱਖ ਸ਼ਰਧਾਲੂ ਜਾਂ ਸਿੱਖ ਜਿਹੜੇ ਹੈਗੇ ਸਿੰਘ ਸੀਗੇ ਜਿਹੜੇ ਖਾਲਸਾ ਜੀ ਦੇ ਨੇੜਲੀਆਂ ਫੌਜਾਂ ਸੀਗੀਆਂ, ਉਹ ਕਿੰਨੇ ਕੁ ਉੱਥੇ ਮੌਜੂਦ ਸੀ ਅਤੇ ਫਿਰ ਉਹਨਾਂ ਵਿੱਚ ਕਿੰਨੇ ਕੁ ਜਿਹੜੇ ਬਚ ਕੇ ਬਾਹਰ ਗਏ ਅਤੇ ਕਿੰਨੇ ਕੁ ਉੱਥੇ ਮੁਕਾਬਲਾ ਸੀ? ਜਿਹੜੇ ਉੱਥੇ ਮੌਜੂਦ ਸਨ ਉਹਨਾਂ ਦੇ ਬਹੁਤ ਗਿਣਤੀ ਅਤੇ ਬਹੁਤ ਤਾਤ ਵਿੱਚ ਹੋਣ ਦਾ ਕਾਰਨ ਇੱਕ ਤਾਂ ਇਹ ਸੀ ਕਿ 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪੁਰਬ ਸੀ, ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਔਰ ਪੂਰੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਇਕੱਤਰ ਹੋਈਆਂ ਸਨ।
ਦੂਸਰਾ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰੀਆਂ ਦੇਣ ਵਾਸਤੇ ਪਿੰਡਾਂ ਦੇ ਵਿੱਚੋਂ ਬਹੁਤ ਟਰੱਕ ਤੇ ਬਹੁਤ ਬੱਸਾਂ ਭਰ ਕੇ ਆਈਆਂ ਹੋਈਆਂ ਸਨ। ਉਹਨਾਂ ਕਰਕੇ ਵੀ ਬਹੁਤ ਜ਼ਿਆਦਾ ਸੰਗਤ ਸੀ। ਬਾਕੀ ਦੂਸਰਾ ਇਹ ਧਰਮ ਯੁੱਧ ਮੋਰਚੇ ਕਰਕੇ ਵੀ ਸੰਗਤ ਬਹੁਤਾਤ ਵਿੱਚ ਉੱਥੇ ਰੋਜ਼ਾਨਾ ਨਕਮਸਤਕ ਹੋਣ ਆਉਂਦੀ ਸੀ, ਤੇ ਵੈਸੇ ਵੀ ਅੰਤਰਰਾਸ਼ਟਰੀ ਸਥਾਨ ਕਰਕੇ ਇਸ ਕਰਕੇ ਬਹੁਤਾਤ ਗਿਣਤੀ ਵਿੱਚ ਉੱਥੇ ਸੰਗਤਾਂ ਸਨ। ਤੇ ਜਿਹੜੀ ਹੈਗੀ ਹੈ ਆਪ ਜੀ ਦੀ ਇਹ ਬੇਨਤੀ ਕਿ ਉੱਥੇ ਜਿਹੜੇ ਜੁਝਾਰੂ ਸਿੰਘ ਸਨ ਜਾਂ ਜਿਨ੍ਹਾਂ ਨੂੰ ਕਹਿ ਲਓ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੇ ਹੁਕਮ ਮੁਤਾਬਕ ਸੇਵਾ ਕਰਨ ਵਾਲੇ, ਉਹਨਾਂ ਦੀ ਗਿਣਤੀ ਅੱਜ ਕੱਲ੍ਹ ਆਮ ਸਾਰੇ ਜਿਹੜੇ ਹੈਗੇ ਆ ਉਹ ਛਪੇ ਵੀ ਹੈ, ਤੇ ਉਹਨਾਂ ਦੀ ਗਿਣਤੀ ਵੀ ਦੱਸੀ ਗਈ ਹੈ ਕਿ 200-250 ਜਿਹੜਾ ਉੱਥੇ ਉਹ ਜੁਝਾਰੂ ਸੂਰਮੇ, ਕਿਉਂਕਿ ਕੋਈ ਫਿਕਸ ਗਿਣਤੀ ਨਹੀਂ ਹੈ, ਕੋਈ ਇੱਕ ਦੋ ਕਰਕੇ ਨਹੀਂ ਗਿਣੀ, ਵੱਧ ਘੱਟ ਵੀ ਹੋ ਸਕਦੀ ਹੈ। ਤਾਂ ਉਹ ਇੰਨੀ ਕੁ ਗਿਣਤੀ ਦੇ ਵਿੱਚ 1 ਤਰੀਕ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਸਾਰਾ ਗੋਲੀ ਚੱਲਦੀ ਰਹੀ ਤੇ ਆਨੇ ਵਿੱਚ ਦੀ ਬੰਦ ਹੋਈ, ਮਤਲਬ ਇਹ 1 ਜੂਨ ਨੂੰ ਚੱਲ ਕੇ 2 ਜੂਨ ਨੂੰ ਬੰਦ ਹੋਈ, ਤੇ 2 ਜੂਨ ਨੂੰ ਫਿਰ BSF ਤੇ CRP ਜਿਹੜੀ ਹੈਗੀ ਆ ਉਹਨਾਂ ਨੇ ਇਹ ਜਿਹੜੇ ਮੋਰਚਿਆਂ ਨੂੰ ਛੱਡ ਦਿੱਤਾ, ਤੇ ਜਿਹੜੀ ਫੌਜ ਸੀ ਉਹਨਾਂ ਨੇ ਆ ਕੇ ਮੋਰਚੇ ਸੰਭਾਲੇ। ਜਿਹੜੀ ਦੁਬਾਰਾ ਗੋਲੀ ਚਲਾਈ ਉਹ ਮੋਰਚੇ ਫੌਜ ਨੇ ਸੰਭਾਲ ਕੇ, ਫੌਜ ਨੇ ਮੋਰਚੇ ਸੰਭਾਲੇ, ਸਾਰੇ ਪੰਜਾਬ ਨੂੰ ਸੀਲਬੰਦ ਕਰਿਆ। ਫੌਜ ਨੇ ਫਿਰ 4 ਤਰੀਕ ਨੂੰ 4 ਜਾਂ 4:15 4:30 ਵਜੇ ਇੱਕ ਬੰਬ ਮਾਰਿਆ। ਉਹ ਬੰਬ ਨੂੰ ਜਿਹੜੇ ਫੌਜੀ ਸੀ ਸਾਡੇ ਨਾਲ ਉਹਨਾਂ ਦੇ ਵੱਲੋਂ ਇਹ ਸੀ ਕਿ ਇਹ ਜਿਹੜੀ ਫੌਜ ਵੱਲੋਂ ਜਿਹੜਾ ਕਾਰਵਾਈ ਹੈ ਉਹਦੀ ਪ੍ਰਾਰੰਭਤਾ ਹੈ, ਸ਼ੁਰੂ ਹੈ। ਉਹ ਫਿਰ ਬੰਬ ਮਾਰਿਆ, ਤੇ ਬੰਬ ਤੋਂ ਬਾਅਦ ਫਿਰ ਉਹਨਾਂ ਨੇ ਲਗਾਤਾਰ ਬਹੁਤਾਤ ਜੋ ਵੀ ਮਤਲਬ ਗੋਲੀਬਾਰੀ ਇਸ ਤਰ੍ਹਾਂ ਵੀ ਉਹਦਾ ਕੋਈ ਹਿਸਾਬ ਨਹੀਂ ਸੀ, ਬੰਬਾਂ ਦਾ ਕੋਈ ਹਿਸਾਬ ਨਹੀਂ ਸੀ, ਬਹੁਤ ਜ਼ਿਆਦਾ ਬੰਬਾਬਾਰੀ ਕਰੀ। ਤੇ ਉੱਥੇ ਫਿਰ ਜਿਹੜਾ ਹੈਗਾ ਸਭ ਤੋਂ ਪਹਿਲਾਂ ਉਹਨਾਂ ਨੇ ਪਾਣੀ ਜਿਹੜਾ ਕੱਟਿਆ, ਪਾਣੀ ਵਾਲੀ ਟੈਂਕੀ ਭੰਨੀ ਤੇ ਲਾਈਟ ਕੱਟੀ। ਇੱਕ ਲਾਈਟ ਕੱਟਤੀ, ਇੱਕ ਉਹਨਾਂ ਨੇ ਪਾਣੀ ਵਾਲੀ ਟੈਂਕੀ ਜਿਹੜੀ ਸੀ ਉਹ ਭੰਨਤੀ। ਇਹ ਬਹੁਤ ਵੱਡੀਆਂ ਦਿੱਕਤਾਂ ਉੱਥੇ ਪੇਸ਼ ਆਈਆਂ ਕਿ ਇੱਕ ਤਾਂ ਹਨੇਰਾ, ਤੇ ਦੂਸਰਾ ਲਾਈਟ ਤੋਂ ਬਿਨਾਂ ਕੋਈ ਪੱਖਾ ਕੋਈ ਇੰਤਜ਼ਾਮ ਨਹੀਂ ਸੀ, ਗਰਮੀ ਬਹੁਤ ਜ਼ਿਆਦਾ ਸੀ, ਤੇ ਉੱਤੋਂ ਪਿਆਸ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀ। ਇਹ ਉਹਨਾਂ ਨੇ 2 ਕਾਰਵਾਈਆਂ ਕਰਕੇ ਇੱਕ ਤਰ੍ਹਾਂ ਮਜਬੂਰ ਕੀਤਾ ਕਿ ਇਹ ਲੋਕ ਜਿਹੜੇ ਹੈ ਉਹ ਬਾਹਰ ਆ ਜਾਣਗੇ। ਪਰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਸਿੰਘਾਂ ਨੇ ਇਹ ਮੁਸੀਬਤਾਂ ਦਾ ਦੁਸ਼ਮਣ ਤਾਂ ਮਤਲਬ ਸੀ, ਪਰ ਇੱਕ ਪਾਣੀ ਤੇ ਇੱਕ ਲਾਈਟ, ਇਹ ਮੁਸੀਬਤ ਦਾ ਵੀ ਡਟ ਕੇ ਬੜਾ ਮੁਕਾਬਲਾ ਕਰਿਆ। ਜਦੋਂ ਤੁਸੀਂ ਉੱਥੇ ਕਿਸ ਜਗ੍ਹਾ ਮੌਜੂਦ ਸੀਗੇ, ਤੁਸੀਂ ਆਪਣੇ ਵੱਲੋਂ ਮੋਰਚਾ ਸੰਭਾਲਿਆ ਸੀ, ਕਿੰਨਾ ਕੁ ਟਾਈਮ ਤੁਸੀਂ ਉੱਥੇ ਲੜੇ, ਤੇ ਉਸ ਤੋਂ ਬਾਅਦ ਫਿਰ ਬਾਅਦ ਕਿਵੇਂ ਹੋਇਆ? ਸਾਡਾ ਜਿਹੜਾ ਮੋਰਚਾ ਸੀਗਾ ਉਹ ਬਾਬਾ ਖੜਕ ਸਿੰਘ ਵਾਲੀ ਜਿਹੜੀ ਡਿਊਟੀ ਵੱਜਦੀ ਹੈ, ਜਿਹਨੂੰ ਲਾਲ ਡਿਊਟੀ ਵੀ ਕਹਿੰਦੇ ਆ, ਜਿਹੜੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਈਡ ਦੇ ਉੱਤੇ ਹੈ। ਉਸ ਵੇਲੇ ਉਸ ਡਿਊਟੀ ਤੋਂ ਅਕਾਲ ਤਖਤ ਸਾਹਿਬ ਜਿਹੜੀਆਂ ਪੌੜੀਆਂ ਰੱਖ ਕੇ ਇੱਧਰ ਉੱਧਰ ਆ ਜਾ ਸਕਦਾ ਸੀਗਾ, ਹੁਣ ਉਹ ਥੋੜ੍ਹਾ ਫਰਕ ਪੈ ਗਿਆ। ਉਸ ਵੇਲੇ ਮਤਲਬ ਬਿਲਕੁਲ ਨਾਲ ਸੀ, ਆਇਆ ਜਾ ਸਕਦਾ ਸੀਗਾ। ਤਾਂ ਸਾਡਾ ਜਿਹੜਾ ਸੀਗਾ ਉਹ ਲਗਭਗ ਮੇਨ ਮੋਰਚਾ ਸੀਗਾ ਬਾਬਾ ਖੜਕ ਸਿੰਘ ਵਾਲੀ ਜਿਹੜੀ ਡਿਊਟੀ ਵੱਜਦੀ ਹੈ, ਜਿੱਥੇ ਜੇ ਆਪਾਂ ਕਹਿ ਲਓ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਗਰਾਊਂਡ ਆ, ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਦਾ ਜਿਹੜਾ ਗਰਾਊਂਡ ਹੈ। ਤੁਹਾਨੂੰ ਗ੍ਰਿਫਤਾਰ ਕਿਵੇਂ ਕੀਤਾ ਗਿਆ ਉੱਥੋਂ? ਤਾਂ ਉੱਥੋਂ ਜਦੋਂ ਹਾਂਜੀ ਉਹ ਜਿਹੜਾ ਉੱਥੋਂ ਫਿਰ ਜਦੋਂ ਮੋਰਚਾ ਉੱਥੇ ਬੰਬ ਵੱਜਦੇ ਆ, ਮੋਰਚਾ ਟੁੱਟਦਾ, ਉਹ ਤਾਂ ਕੁਛ ਸਿੰਘ ਸ਼ਹੀਦ ਹੁੰਦੇ ਆ, ਕੁਛ ਫਿਰ ਉੱਥੋਂ ਅਸੀਂ ਜਿਹੜਾ ਥੱਲੇ ਜਦੋਂ ਜਿਹੜਾ ਉੱਪਰਲੇ ਮੋਰਚੇ ਸਾਰੇ ਟੁੱਟਦੇ ਗਏ, ਤੇ ਉਹ ਹੌਲੀ ਹੌਲੀ ਸਿੰਘ ਥੱਲੇ ਵਾਲੇ ਮੋਰਚਿਆਂ 'ਚ ਆਉਂਦੇ ਗਏ, ਜਿਹੜੇ ਪਹਿਲਾਂ ਉੱਪਰਲੀਆਂ ਇਮਾਰਤਾਂ 'ਚ ਥੱਲੇ ਆਉਂਦੇ ਗਏ। ਤਾਂ ਉਸ ਤੋਂ ਬਾਅਦ ਜਿਹੜਾ ਕੀ ਹੋਇਆ, ਤੇ ਅਸੀਂ ਜਿਹੜੇ ਸੀਗੇ
ਅਸੀਂ ਜਿੱਥੇ ਗਿੱਲੇ ਕੱਪੜੇ ਜਮ੍ਹਾਂ ਕਰਾਏ ਜਾਂਦੇ, ਬਾਬਾ ਦੀਪ ਸਿੰਘ ਵਾਲੀ ਬਾਹੀ ਸਿੱਧੇ ਤੁਰੇ ਆਓ ਤਾਂ ਜਿੱਥੇ ਮਤਲਬ ਸ਼ਬੀਲ ਦੇ ਕੋਲੇ ਉੱਥੇ ਕਮਰਾ, ਉੱਥੇ ਗਿੱਲੇ ਕੱਪੜੇ ਜਮ੍ਹਾਂ ਕਰਦੇ ਆ ਯਾਤਰੂਆਂ ਦੇ। ਤਾਂ ਅਸੀਂ ਉਸ ਜਿਹੜਾ ਕਿ ਭਾਈ ਰਛਪਾਲ ਸਿੰਘ ਜੋ ਸੰਤਾਂ ਦਾ ਪੀਏ ਸੀ, ਉਹਨਾਂ ਦਾ ਕਮਰਾ ਸੀ ਉਹ। ਤਾਂ ਅਸੀਂ ਫਿਰ ਉੱਥੇ ਆ ਕੇ ਮਤਲਬ ਉਹ ਕਮਰੇ ਦੇ ਵਿੱਚ ਜਦੋਂ ਉੱਪਰਲੇ ਮੋਰਚੇ ਟੁੱਟ ਗਏ ਤਾਂ ਪ੍ਰਕਰਮਾਂ ਦੇ ਵਿੱਚ ਆ ਕੇ ਜਿਹੜੀਆਂ ਉਹ ਸਿੰਘਾਂ ਨੇ ਗੰਨਾਂ ਬੀੜ ਲਈਆਂ ਪ੍ਰਕਰਮਾਂ ਦੇ ਵਿੱਚ, ਮਤਲਬ ਬਰਾਂਡਿਆਂ ਦੇ ਵਿੱਚ। ਤਾਂ ਉੱਪਰਲੇ ਮੋਰਚੇ ਟੁੱਟਦੇ ਥੱਲੇ ਜਦੋਂ ਸਾਰੇ ਆ ਗਏ, ਇਹ ਲੜਾਈ ਫਿਰ ਥੱਲੇ ਵਾਲੀ ਰਹਿ ਗਈ ਸੀ, ਕਿਉਂਕਿ ਉਦੋਂ ਜਿਹੜੇ ਥੱਲੇ ਪ੍ਰਕਰਮਾਂ 'ਚੋਂ ਰੋਕਣਾ ਸੀ ਆਉਣ ਤੋਂ, ਤੇ ਪ੍ਰਕਰਮਾਂ 'ਤੇ ਜ਼ੋਰ ਆ ਗਿਆ ਸੀ ਸਾਰਾ। ਤਾਂ ਉਸ ਵੇਲੇ ਅਸੀਂ ਮਤਲਬ ਉਹ ਗਿੱਲੇ ਜਿੱਥੇ ਕਮਰੇ 'ਚ ਭਾਈ ਰਛਪਾਲ ਸਿੰਘ ਜੀ ਦੇ ਕਮਰੇ ਵਿੱਚ, ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਕਿੱਥੇ ਰੱਖਿਆ ਗਿਆ, ਕਿਹੜੇ ਤਸੀਹੇ ਤੁਹਾਨੂੰ? ਸਾਨੂੰ ਉੱਥੋਂ ਮਤਲਬ ਗ੍ਰਿਫਤਾਰ ਪਿਛਲੇ ਪਹਿਰ ਕੀਤਾ ਗਿਆ। ਉਹ ਵੀ ਮਤਲਬ ਇੱਕ ਐਸੀ ਹੈਗੀ ਦਾਸਤਾਨ ਵੀ ਉਹ ਬੰਬ ਮਾਰਦੇ ਸੀ ਕਮਰੇ ਵਿੱਚ, ਤੇ ਉਸ ਤੋਂ ਬਾਅਦ ਕਮਰਾ ਖੋਲ੍ਹਦੇ ਸੀ। ਪਰ ਸਾਡਾ ਜਿਹੜਾ ਕਮਰਾ, ਜਿੱਥੇ ਬੀਬੀ ਪ੍ਰੀਤਮ ਕੌਰ ਜੀ, ਭਾਈ ਰਛਪਾਲ ਸਿੰਘ ਜੀ, ਤਾਂ ਉਹ ਕਮਰਾ ਉਹਨਾਂ ਨੂੰ ਲੱਗਿਆ ਕਿ ਬੰਬ ਮਾਰਿਆ ਹੋਇਆ ਵਿੱਚ। ਤਾਂ ਉਹਨਾਂ ਜਦੋਂ ਕਮਰਾ ਖੋਲ੍ਹਿਆ ਤੇ ਉਹ ਇੰਨੀ ਜ਼ਿਆਦਾ ਉੱਥੇ ਪਿਆਸ ਦੇ ਕਰਕੇ ਬੇਹੋਸ਼ੀ ਵਾਂਗੂ ਹੋਏ ਪਏ ਸੀ। ਕੁਛ ਭਾਈ ਰਛਪਾਲ ਸਿੰਘ ਅੰਦਰ ਸ਼ਹੀਦ ਹੋ ਗਿਆ ਸੀ। ਬੀਬੀ ਪ੍ਰੀਤਮ ਕੌਰ ਦੇ ਜਿਹੜਾ ਉਹ ਛਾਤੀ ਵਿੱਚ ਦੀ ਗੋਲੀ ਲੰਘ ਕੇ, ਉਹਨਾਂ ਦੇ ਬੱਚੇ ਦੇ ਵਿੱਚ ਦੀ ਲੰਘ ਕੇ ਗੋਲੀ ਉਹਨਾਂ ਦੇ ਲੱਗੀ ਹੋਈ ਸੀ। ਉਹ ਸਾਰੇ ਮਤਲਬ ਇੱਕ ਤਰ੍ਹਾਂ ਬਹੁਤ ਬੇਹੋਸ਼ੀ ਦੀ ਹਾਲਤ, ਜਿਵੇਂ ਪਿਆਸੇ ਹੁੰਦੇ ਇਸ ਤਰ੍ਹਾਂ। ਜਦੋਂ ਉਹਨਾਂ ਨੇ ਬਾਰ ਖੋਲ੍ਹਿਆ ਉਹ ਸਾਰੇ ਖੜ੍ਹੇ ਹੋ ਗਏ। ਤਾਂ ਉਹ ਇੱਕਦਮ ਘਬਰਾ ਕੇ ਉਹਨਾਂ ਨੇ ਸਾਨੂੰ ਉੱਥੇ ਹੀ ਮਤਲਬ ਸਾਡੀਆਂ ਕੇਸਕੀਆਂ ਨਾਲ ਸਾਡੀਆਂ ਬਾਹਾਂ ਬੰਨ੍ਹ ਲਈਆਂ। ਤੇ ਉਹ ਅਗਲੇ ਪਾਸੇ ਜਿੱਥੇ ਬਾਬਾ ਦੀਪ ਸਿੰਘ ਵਾਲੀ ਬਾਈ ਜਿਹੜੀ ਡਿਊਟੀ ਹੈ, ਉੱਥੇ ਕੋਈ ਅਫਸਰ ਜਿਹੜਾ ਸੀਗਾ ਉਹ ਉਸ ਵੇਲੇ ਕਹਿ ਰਿਹਾ ਸੀਗਾ ਕਿ ਜਿਹੜਾ ਹੈ ਬਲੂ ਸਟਾਰ ਉਹ ਸਮਾਪਤ ਹੋ ਗਿਆ, ਹੁਣ ਜੋ ਵੀ ਗ੍ਰਿਫਤਾਰ ਹੋਊਗਾ ਉਹਦੇ ਨਾਲ ਰਾਜਸੀ ਕੈਦੀ ਵਾਲਾ ਸਲੂਕ ਕਰਿਆ ਜਾਊਗਾ, ਮਾਰਿਆ ਨਹੀਂ ਜਾਊਗਾ। ਫਿਰ ਉਹ ਸਾਨੂੰ ਸਾਹਮਣੇ ਪ੍ਰਕਰਮਾਂ ਦੇ ਵਿੱਚ ਹੀ ਬਹਾਈ ਗਏ। ਉੱਥੇ ਕਿਹੜੀ ਜੇਲ੍ਹ 'ਚ ਤੁਹਾਨੂੰ ਰੱਖਿਆ ਗਿਆ ਤੇ ਕੀ ਤਸੀਹੇ ਤੁਹਾਨੂੰ ਝੱਲਣੇ ਪਏ? ਸਾਨੂੰ ਤਸੀਹੇ ਬਹੁਤ ਜ਼ਿਆਦਾ ਝੱਲਣੇ ਪਏ। ਸਾਨੂੰ ਇੱਥੋਂ 6 ਤਰੀਕ ਦੀ ਸ਼ਾਮ ਨੂੰ ਸਾਨੂੰ ਗ੍ਰਿਫਤਾਰ ਕਰਿਆ। ਉਹ ਸਾਰੀ ਰਾਤ ਸਾਨੂੰ ਪ੍ਰਕਰਮਾਂ 'ਚ ਰੱਖਿਆ ਬਾਬਾ ਦੀਪ ਸਿੰਘ ਵਾਲੀ ਬਾਹੀ। ਅਗਲੀ 7 ਦੀ ਸ਼ਾਮ ਨੂੰ ਸਾਨੂੰ ਉਹ ਲਿਜਾਂਦੇ ਆ ਘੰਟਾ ਘਰ ਵਾਲੇ ਪਾਸੇ, ਬਾਹਰਲੇ ਪਾਸੇ। ਤੇ ਸਾਨੂੰ 8 ਨੂੰ ਸ਼ਾਮ ਨੂੰ ਮਤਲਬ ਉੱਥੋਂ ਲਿਜਾਂਦੇ ਆ ਉਹ ਜਿਹੜੇ ਅੰਮ੍ਰਿਤਸਰ ਸਾਹਿਬ ਫੌਜੀਆਂ ਦੇ ਕੈਂਪ ਹੈ। ਸਾਡੀਆਂ ਮਗਰ ਬਾਹਾਂ ਬੰਨੀਆਂ ਸੀ, ਸਾਡੇ ਹੱਥਾਂ ਵਿੱਚ ਉਹ ਜਿਹੜੀਆਂ ਅਸੀਂ ਰੱਸੀਆਂ ਖੁੱਭ ਕੇ ਤੇ ਸੋਜ ਪੈ ਕੇ ਹੱਥ ਸੁੱਜ ਗਏ ਸੀ। ਤੇ ਅਸੀਂ ਅੱਤ ਪਿਆਸੇ ਸੀ, ਮਤਲਬ ਅੱਤੀ ਕਹਿ ਲਓ, ਅਸੀਂ ਗਰਮੀ ਦੇ ਮਾਰੇ ਹੋਏ। ਤੇ ਸਾਨੂੰ ਉੱਥੋਂ ਉਹ ਇੱਕ ਜਿਹੜਾ ਉਹਨਾਂ ਦਾ ਕੈਂਟਰ ਸੀ, ਉਹਦੇ ਮਗਰ ਥੋੜ੍ਹਾ ਜਿਹਾ ਇੱਕ ਸਟੂਲ ਜਿਹਾ ਰੱਖ ਕੇ ਕਹਿੰਦੇ ਸੀ ਵੀ ਐਂ ਚੜ੍ਹੋ, ਸਾਡੀਆਂ ਬਾਹਾਂ ਬੰਨੀਆਂ ਹੋਣ ਕਰਕੇ ਚੜ੍ਹ ਨਹੀਂ ਹੋ ਰਿਹਾ ਸੀ। ਤੇ ਫਿਰ ਸਾਨੂੰ ਉਹ ਕੁੱਟ ਕੇ ਚੜ੍ਹਾਉਂਦੇ ਸੀ। ਉੱਥੋਂ ਸਾਨੂੰ ਲੱਦ ਕੇ ਉਹ ਰਾਤ ਨੂੰ 8 ਤਰੀਕ ਨੂੰ ਸ਼ਾਮ ਨੂੰ ਸਾਨੂੰ ਉਹ ਲਿਜਾਉਂਦੇ ਨੇ ਕੈਂਪਾਂ 'ਚ। ਪਰ ਕੈਂਪਾਂ ਦੇ ਵਿੱਚ ਅੱਗੇ ਜਿਹੜਾ ਹੈ ਉਹ ਜਿਹੜੇ ਕਮਰੇ ਨੇ ਉਹ ਇੰਨੇ ਜ਼ਿਆਦਾ ਗਰਮੈਸ਼ ਵਾਲੇ, ਤੇ ਉਹਦੇ ਵਿੱਚ ਬਰੂਦ ਰੱਖਿਆ ਲਾਓ ਕਿ ਜਾਂ ਉਹਨਾਂ ਨੇ ਜਾਣ ਕੇ ਕੁਛ ਉੱਥੇ ਕਰਿਆ ਫੌਜੀਆਂ ਨੇ। ਕਿਉਂਕਿ ਵੱਡੀ ਬਦਕਿਸਮਤੀ ਦੀ ਗੱਲ ਇਹ ਸੀ ਵੀ ਜਿਹੜੇ ਉਹ ਫੌਜੀ ਸੀ ਉਹ ਉਹੀ ਫੌਜੀ ਜਿਹੜੇ ਲਗਭਗ ਸਾਨੂੰ ਆਪਣੇ ਦੁਸ਼ਮਣ ਮੰਨ ਰਹੇ ਸੀ ਵੀ ਸਾਡੇ ਭਰਾ ਇਹਨਾਂ ਨੇ ਮਾਰੇ ਆ। ਇਹ ਉਹ ਬੰਦੇ ਆ ਜਿਹੜਿਆਂ ਨੇ ਸਾਡੇ ਭਰਾ ਮਾਰੇ ਆ। ਤੇ ਉਹਨਾਂ ਬੰਦਿਆਂ ਦੇ ਸਾਨੂੰ ਪੱਲੇ ਪਾ ਦਿੱਤਾ ਗਿਆ। ਉਹਨਾਂ ਨੇ ਫਿਰ ਸਾਨੂੰ ਜਦੋਂ ਉਹ ਲਿਜਾ ਕੇ ਉਹ ਕਮਰੇ ਜਿਹੜੇ ਸੀ ਇੰਨੇ ਗੈਸ ਦੇ ਵਾਲੇ ਕਮਰੇ, ਇੰਨੀ ਗਰਮੈਸ਼ ਵਾਲੇ ਕਮਰੇ, ਤਾਂ ਉਹਨਾਂ ਦੀ ਜਗ੍ਹਾ ਸਾਨੂੰ ਤਾੜਿਆ ਰਾਤ ਨੂੰ। ਤਾਂ ਪਹਿਲਾ ਤਸੀਹਾ ਤਾਂ ਇਹ ਸੀ ਕਿ ਉੱਥੇ ਬਿਨਾਂ ਕਿਸੇ ਹਵਾ ਤੋਂ, ਬਿਨਾਂ ਹੀ ਕਿਸੇ ਸਾਹ ਲੈਣ ਤੋਂ ਬਿਨਾਂ ਇੰਨੀ ਜ਼ਿਆਦਾ ਉੱਥੇ ਦਿੱਕਤ ਕਿ ਉੱਥੇ ਵੀ ਬਹੁਤ ਸਾਡੇ ਨੌਜਵਾਨ ਸ਼ਹੀਦ ਹੋ ਗਏ ਬਿਨਾਂ ਕਿਸੇ ਗੋਲੀ ਵੱਜੀ ਤੋਂ। ਉਹ ਗਰਮੀ ਦੇ ਕਾਰਨ ਸ਼ਹੀਦ ਹੋ ਗਏ। ਜਿਹੜੀ ਤੁਹਾਡੀ ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਤੁਹਾਡਾ ਕੋਈ ਰਿਕਾਰਡ ਵੀ ਮੇਨਟੇਨ ਕੀਤਾ ਗਿਆ ਸੀ? ਹਾਂ, ਉਹਦੇ ਵਿੱਚ ਜਿਹੜੀ ਗ੍ਰਿਫਤਾਰ ਤਾਂ ਲਗਭਗ 10,000 ਦੇ ਨੇੜੇ ਸਭ ਕੁਝ ਹੋਏ ਸੀ। ਪਰ ਸਾਨੂੰ 365 ਨੂੰ ਛਾਂਟ ਲਿਆ ਸੀ। ਉਹਦੇ ਵਿੱਚੋਂ ਇੱਕ ਥੋੜ੍ਹਾ ਜਿਹਾ ਕਮਰਾ ਸੀ, ਉਹਦੇ ਮਗਰ ਕੋਈ ਅਫਸਰ ਬੈਠਦੇ ਸੀ ਜਾਂ ਕੁਝ ਹੋਰ ਲੋਕ ਜਿਹੜੇ ਬੈਠਦੇ ਸੀ। ਥੋੜ੍ਹਾ ਜਿਹਾ ਸੀਸਾ ਸੀਗਾ, ਉਹ ਸੀਸੇ ਦੇ ਸਾਹਮਣੇ ਸਾਨੂੰ ਕਰਿਆ ਜਾਂਦਾ ਸੀਗਾ। ਤੇ ਉਹ ਸਾਹਮਣੇ ਕਰਕੇ ਸਾਡੀ ਛਾਂਟਾਂਗੇਟੀ ਕੀਤੀ ਗਈ। ਤੇ ਕਿਉਂਕਿ ਅਸੀਂ ਤਾਂ ਚਲੋ ਪਹਿਲਾਂ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਨਾਲ ਸੀ, ਤਾਂ ਉਹ ਜਿਹੜੇ ਫਿਰ ਪਿੰਡਾਂ ਤੋਂ ਥਾਣਿਆਂ 'ਚੋਂ ਵੀ ਰਿਕਾਰਡ ਕੁਛ ਮੰਗਾਏ ਗਏ। ਉਸ ਕਰਕੇ ਸਾਰੇ ਮਤਲਬ ਉਹ ਛਾਂਟਾਂ-ਕਾਂਟੀ ਕਰਕੇ ਸਾਨੂੰ 10,000 ਦੇ ਵਿੱਚੋਂ 365 ਜਿਹੜੇ ਬੰਦੇ ਸੀ, ਸਾਨੂੰ ਉਹਨਾਂ ਨੇ ਉਹ 365 ਦਾ ਇਹ ਰਿਕਾਰਡ ਬਣਾਤਾ ਕਿ ਇਹ ਉਹ ਬੰਦੇ ਆ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਨਾਲ ਸੀ ਤੇ ਲੜੇ। ਇਹ ਲੜਨ ਵਾਲੇ ਬੰਦੇ ਆ। ਇਸ ਕਰਕੇ ਸਾਨੂੰ ਫਿਰ ਉਹ
ਜਿਹੜੇ ਮੁੰਡੇ ਉਸ ਵਕਤ ਬਲੱਡ ਜੰਗ ਸਨ ਤਾਂ ਉਹਨਾਂ ਦੀਆਂ ਉਹ ਰਾਤ ਨੂੰ ਕੂਣੀਆਂ ਟੂੰਹਦੇ ਫੌਜੀ ਜਾਂ ਗੋਡੇ ਟੂੰਹਦੇ ਤੇ ਰਾਤ ਨੂੰ ਉਹ ਵਿੱਚੋਂ ਸਾਡੇ ਉਠਾ ਕੇ ਲੈ ਜਾਂਦੇ ਸੀ ਤੇ ਮੁੜ ਕੇ ਉਹ ਬੰਦੇ ਵਾਪਸ ਨਹੀਂ ਸੀ ਆਉਂਦੇ। ਫਿਰ ਸਾਨੂੰ ਜਿੱਥੇ ਉਹ ਸਾਨੂੰ ਕੋਈ ਪਹਿਲੀ ਗੱਲ ਤਾਂ ਸਾਨੂੰ 8 ਤਰੀਕ ਨੂੰ ਲਗਾਏ ਤੇ 9 ਨੂੰ ਨਹੀਂ ਕਿਸੇ ਨੇ ਪੁੱਛਿਆ। 10 ਤੱਕ ਸਾਨੂੰ ਮਾੜਾ ਮੋਟਾ ਉਹ ਜਿਹੜਾ ਕੋਈ ਦਾਲ ਦੂਲ ਰੋਟੀ ਦੇਣ ਲੱਗੇ ਤਾਂ ਉੱਥੇ ਉਹ ਕੁੱਤੇ ਲੈ ਕੇ ਖੜ੍ਹੇ ਨੇ ਫੌਜੀ ਤੇ ਰਸਤੇ ਵਿੱਚ ਟਰਨ ਬਾਈ ਟਰਨ 3 ਬੰਦੇ ਖੜ੍ਹ ਜਾਂਦੇ ਫੌਜੀ ਤੇ ਜਦੋਂ ਉਹ ਸਾਡਾ ਗੇਟ ਖੋਲ੍ਹਦੇ ਤੇ ਕਹਿੰਦੇ ਵੀ ਭੱਜ ਕੇ ਜਾਓ ਉੱਥੋਂ ਤੱਕ, ਮਗਰ ਡੰਡੇ ਮਾਰਦੇ ਜਾਂਦੇ ਤੇ ਅੱਗੇ ਜਾ ਕੇ ਉਹ ਥਾਲੀ 'ਚ ਥੋੜ੍ਹੀ ਜਿਹੀ ਕੋਈ ਦਾਲ ਸਬਜ਼ੀ ਪੈਂਦੀ, 2 ਪ੍ਰਸ਼ਾਦੇ ਤੇ ਫਿਰ ਉਹ ਕੁੱਤਾ ਛੱਡ ਦਿੰਦੇ। ਜਦੋਂ ਕੁੱਤਾ ਮਤਲਬ ਭੱਜ ਕੇ ਪਿੰਜਣੀ ਵੱਲ ਪੈਂਦਾ ਤੇ ਬੰਦੇ ਤੋਂ ਉਹ ਫਿਰ ਡਿੱਗ ਪੈਂਦੀ, ਥਾਲੀ ਡਿੱਗ ਪੈਂਦੀ, ਦਾਲ ਡੁੱਲ ਜਾਂਦੀ, ਰੋਟੀਆਂ ਡਿੱਗ ਪੈਂਦੀਆਂ ਤਾਂ ਫਿਰ ਉਹ ਕੁੱਟ ਕੇ ਫਿਰ ਕਹਿੰਦੇ ਵੀ ਇਹਨੂੰ ਚੁੱਕੋ, ਥਾਲੀ 'ਚ ਪਾਓ ਜਾਂ ਇੱਥੇ ਫਰਸ਼ 'ਤੇ ਖਾਓ। ਤੇ ਜੇ ਅਸੀਂ ਫਲੱਸ਼ ਵੀ ਜਾਣਾ ਤਾਂ ਉਹਨਾਂ ਨੇ ਇੱਦਾਂ ਰਾਹ 'ਚ ਖੜ੍ਹ ਜਾਣਾ, ਉਹ ਡੰਡੇ ਮਾਰਦੇ ਜਾਣਾ ਤੇ ਜਦੇ ਤੁਸੀਂ ਫਲੱਸ਼ ਦਾ ਬਾਰ ਡਾਇਆ ਬਸ ਉਸੇ ਟਾਈਮ ਬੂਹਾ ਖੜਕਣਾ ਵੀ ਬਾਹਰ ਨਿਕਲੋ, ਬਾਹਰ ਨਿਕਲੋ। ਇਹ ਮਾਨਸਿਕ ਤਸੀਹੇ, ਜਿਸਮਾਨਕ ਤਸੀਹੇ ਸਾਨੂੰ ਉੱਥੇ ਕੈਂਪਾਂ ਦੇ ਵਿੱਚ ਹਰ ਟਾਈਮ ਐਸੀ ਦਹਿਸ਼ਤ ਫੈਲਾ ਕੇ ਰੱਖੀ ਕਿ ਅੱਜ ਜਿਹੜੀ ਰਾਤ ਹੈ ਪਤਾ ਨਹੀਂ ਕਿਹੜੇ ਨੇ ਰਾਤ ਨੂੰ ਕਿਹਨੂੰ ਕੱਢ ਕੇ ਲੈ ਜਾਣਾ ਤੇ ਕਿਹਨੂੰ ਮਾਰ ਦੇਣਾ। ਤੁਹਾਡੇ ਨਾਲ ਜੋਧਪੁਰੀ ਕਿਵੇਂ? ਫਿਰ ਸਾਨੂੰ ਉੱਥੋਂ 3 ਮਹੀਨਿਆਂ ਬਾਅਦ ਨਾਭੇ ਲਿਆਂਦਾ ਗਿਆ। 6 ਮਹੀਨਿਆਂ ਬਾਅਦ ਸਾਨੂੰ ਫਿਰ ਜੋਧਪੁਰ ਰਾਜਸਥਾਨ ਦੀ ਜਿਹੜੀ ਜੇਲ੍ਹ ਹੈ ਉਹ ਰਾਜਸਥਾਨ 'ਚ ਲੈ ਗਏ। ਉੱਥੇ ਅਸੀਂ 4.5 ਸਾਲ ਦੇ ਲਗਭਗ ਸਮਾਂ ਰਹੇ ਤਾਂ ਉਹਦੇ ਕਰਕੇ ਸਾਡੇ ਨਾਮ ਨਾਲ ਇਹ ਜੋਧਪੁਰ ਸ਼ਬਦ ਜੁੜ ਗਿਆ। ਕਦੋਂ ਤੁਸੀਂ ਇੰਨੀ ਪਾਲਣਾ ਕਰ ਲਈ, ਇੰਨਾ ਜਿਹੜਾ ਸੰਘਰਸ਼ ਲੜਿਆ ਹੈ ਨਾ ਤੇ ਇੰਨੇ ਤਸੀਹੇ ਵੀ ਸਹੀ, ਸਿੱਖ ਕੌਮ ਨੇ ਤੁਹਾਡੇ ਉਹ ਚੀਜ਼ਾਂ ਦਾ ਮੁੱਲ ਪਾਇਆ? ਇਹ ਮੈਂ ਕਹਿ ਸਕਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮਿਹਰਾਂ ਭਰਿਆ ਹੱਥ ਸਿਰ 'ਤੇ ਰੱਖਿਆ ਤੇ ਇਹ ਸੰਕਟ ਦਾ ਸਮਾਂ ਬਿਨਾਂ ਕਿਸੇ ਦਾਅ ਲੱਗਿਆ ਅਸੀਂ ਪੂਰਾ ਕਰ ਸਕੇ। ਪਰ ਜਿੱਥੋਂ ਤੱਕ ਅਸੀਂ ਜੇ ਇਹਨੂੰ ਮੈਂ ਕੋਈ ਸ਼ਬਦ ਕੌਮ ਵਰਤਾਂ, ਪਤਾ ਨਹੀਂ ਯੋਗ ਹੋਵੇ ਕਿ ਨਾ ਹੋਵੇ, ਪਰ ਉਸ ਵੇਲੇ ਜਿਹੜਾ ਅਸੀਂ ਸਮਾਂ, ਜੇ ਮੈਂ ਸੱਚ ਇਹ ਬੋਲਦੇ ਹਾਂ ਕਿ ਸਾਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਸਿੱਧਾ ਰਾਜੀਵ ਛੱਡ ਰਿਹਾ, ਤੁਹਾਨੂੰ ਤੁਹਾਡਾ ਸਿੱਖ ਲੀਡਰ ਕੋਈ ਵੀ ਨਹੀਂ ਛੁਡਾ ਕੇ ਰਾਜੀ। ਤੇ ਜੇ ਸਾਨੂੰ ਛੁਡਾ ਕੇ ਹੀ ਨਹੀਂ ਸੀ ਰਾਜੀ ਤਾਂ ਸਾਡੀ ਫਿਰ ਮਦਦ ਕਿਸ ਨੇ ਕਰਨੀ ਸੀ? ਅਸੀਂ ਤਾਂ ਸਗੋਂ ਜੇਲ੍ਹ ਤੋਂ ਬਾਹਰ ਆ ਕੇ ਲਗਭਗ 10-10 ਸਾਲ BC ਰਹੇ। ਅਸੀਂ 2-2 ਟਾਈਮ ਥਾਣਿਆਂ ਦੇ ਵਿੱਚ ਜਾ ਕੇ ਹਾਜ਼ਰੀਆਂ ਲਾਉਂਦੇ ਰਹੇ। ਜੇ ਕੋਈ ਸਾਡੇ ਆਸੇ-ਪਾਸੇ ਕੋਈ ਵੀ ਘਟਨਾ ਹੋ ਜਾਂਦੀ ਸਾਨੂੰ ਉਸੇ ਵੇਲੇ ਫੜ ਕੇ ਤਾੜਿਆ ਜਾਂਦਾ। ਅਸੀਂ ਆਰਥਿਕ ਪੱਖੋਂ ਇੰਨਾ ਟੁੱਟ ਗਏ, ਅਸੀਂ ਮਾਨਸਿਕ ਪੱਖੋਂ ਗੁਰਬਾਣੀ ਸੱਚੇ ਪਾਤਸ਼ਾਹ ਦਾ ਆਸਰਾ ਲੈਣ ਕਰਕੇ ਕਾਇਮ ਰਹੇ। ਪਰ ਜੇ ਕੋਈ ਇਹ ਕਹੇ ਕਿ ਜੋਧਪੁਰ ਦੀ ਜੇਲ੍ਹ ਕਰਕੇ, ਹਾਂ ਠੀਕ ਹੈ, SGPC ਨੇ ਉੱਥੇ ਮਹੀਨੇ ਬਾਅਦ ਇੱਕ ਬੱਸ ਭੇਜਦੇ ਸੀ ਮੁਲਾਕਾਤ ਵਾਸਤੇ, ਜੋ ਸਮਾਨ ਹੁੰਦਾ ਸੀ ਉਹਦੇ ਵਿੱਚ, ਤੇ ਇੱਕ ਜਿਹੜਾ ਸੀਗਾ ਉਹ ਸਾਨੂੰ ਰਿਹਾਈ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਸਰਵਿਸ ਕਰ ਸਕਦੇ ਹੋ ਜਿਸ ਤਰ੍ਹਾਂ ਦੀ ਵੀ ਕੋਈ ਯੋਗਤਾ ਹੈ। ਤੇ ਬਾਕੀ ਜਿਹੜੀ ਕੌਮ ਦੀ ਮੈਂ ਗੱਲ ਕਰਦਾ ਉਹਦੇ ਵੱਲੋਂ ਤਾਂ ਇਹ ਮੈਂ ਕਹਿ ਸਕਦਾ ਆਪਣੇ ਪਰਸਨਲ ਤੌਰ 'ਤੇ ਕਿ ਮੈਨੂੰ ਅੱਜ ਤੱਕ ਉਸ ਕੁਰਬਾਨੀ ਤਾਂ ਮੈਂ ਕਹਿ ਨਹੀਂ ਸਕਦਾ, ਚਲੋ ਸੇਵਾ ਗੁਰੂ ਸਾਹਿਬ ਨੇ ਲਈ ਹੈ, ਪਰ ਕਿਸੇ ਵੀ ਇਕੱਠ ਦੇ ਵਿੱਚ ਮੈਂ ਨਹੀਂ ਕਹਿ ਸਕਦਾ ਕਿ ਕਿਸੇ ਨੇ ਜੋਧਪੁਰ ਕਰਕੇ ਮੈਨੂੰ ਕਿਸੇ ਨੇ ਸਰੋਪਾ ਦਿੱਤਾ ਹੋਵੇ। ਪਰ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਸੰਕਟਮਈ ਸਮੇਂ, ਜਦੋਂ ਕਿ ਮੈਂ ਆਪਣੇ ਬੱਚੇ ਵੀ ਕੱਛਾਂ 'ਚ ਲੈ ਕੇ ਤੇ ਮੈਨੂੰ ਕੋਈ ਬਾਰ ਨਹੀਂ ਸੀ ਖੋਲ੍ਹਦਾ ਕਿ ਜੇ ਅੰਦਰ ਆ ਗਿਆ ਤਾਂ ਪੁਲਿਸ ਆ ਜਾਊਗੀ, ਸਾਡੇ 'ਤੇ ਸਖਤੀ ਆ ਜਾਊਗੀ। ਐਸੇ ਸਮੇਂ 'ਚ ਵੀ ਮਹਾਰਾਜ ਨੇ ਸਿਦਕ ਬਖਸ਼ਿਆ, ਆਪਣੀ ਮਿਹਰਾਂ ਭਰੀ ਨਿਗਾਹ ਦੇ ਨਾਲ ਸਾਡੀ ਲੱਜ ਪੱਤ ਰੱਖੀ। ਪਰ ਇੱਕ ਜਿਹੜੀ ਮੈਂ ਬਹੁਤ ਵੱਡੀ ਆਪਣੇ ਆਪ ਨੂੰ ਫਖਰ ਵਾਲੀ ਗੱਲ ਮਹਿਸੂਸ ਕਰਦਾ ਕਿ ਅੱਜ ਤੱਕ ਮੈਂ ਉਸੇ ਪ੍ਰਕਾਰ ਜਿਸ ਤਰ੍ਹਾਂ ਘਰੋਂ ਤੁਰਿਆ ਸੀ 5 ਸਾਲ ਦੇ ਨੇ ਅੰਮ੍ਰਿਤ ਛਕਿਆ ਸੀ, ਉਸੇ ਪ੍ਰਕਾਰ ਮੈਂ ਅੱਜ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਸੇਵਕ ਬਣ ਕੇ ਬੈਠਾ। ਭਾਵੇਂ ਮੈਂ ਇਹ ਸੇਵਾ ਜਿਹੜੀ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਆਪਣੀ ਵਿਸ਼ੇਸ਼ ਡਿਊਟੀ ਕਰਕੇ ਲਾਈ ਸੀ ਬਈ ਤੂੰ ਇਤਿਹਾਸ ਲਿਖਣਾ ਹੈ, ਉਹ ਜਿਹੜਾ ਇਤਿਹਾਸ ਹੈ ਉਹਦਾ ਮੈਂ ਇਤਿਹਾਸ ਦੇ ਵਿੱਚ ਪੂਰੀ ਤਰ੍ਹਾਂ ਆਪਣਾ ਤਨ ਮਨ ਧਨ ਲਾ ਕੇ ਉਹ ਮੈਂ 10,000 ਜਿਹੜਾ ਸੌਂਗ ਛੰਦ ਲਿਖੇ ਹੈ, ਜਿਹਦੇ ਵਿੱਚੋਂ ਇਹ ਜਿਹੜੇ ਮੇਰੇ ਜੋਧਪੁਰ ਵਾਲੇ 365 ਸਾਥੀ ਹੈ, ਜੇ ਉਹ ਮੈਨੂੰ ਸੁਣਨਗੇ ਵੀ ਤਾਂ ਕਿਸੇ ਨੂੰ ਵੀ ਫੋਨ ਕਰਕੇ ਪੁੱਛ ਲਓ ਕਿ ਜਿਹੜਾ ਬਾਬਾ ਬੂਟਾ ਸਿੰਘ ਦੀਪਕ ਹੈ
ਉਹ ਜੇਲ੍ਹ ਦੇ ਵਿੱਚ 7-7 ਘੰਟੇ ਬੋਲਦਾ ਸੀ ਮੁੰਡਿਆਂ ਵਾਸਤੇ, ਬਈ ਡੋਲਣਾ ਨਹੀਂ, ਨਵੇਂ ਤੋਂ ਨਵਾਂ ਸੌਂਗ ਲੈ ਕੇ ਨਵੇਂ ਤੋਂ ਨਵੀਂ ਉਤਸ਼ਾਹ ਵਾਲੀ ਗੱਲ ਮੈਂ 7-7 ਘੰਟੇ ਉੱਥੇ ਬੋਲਦਾ ਸੀ। ਤਾਂ ਉਹ ਸਾਰਾ ਇਤਿਹਾਸ 300-350 ਸੌਂਗ ਜਿਹੜਾ ਉਹ ਇਤਿਹਾਸ ਇਹਦੇ ਵਿੱਚ ਹੈ। ਕਿਤਾਬ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੋਰਚੇ ਵਿੱਚ ਕੀ ਚਾਹੁੰਦੇ ਸਨ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲ ਕਿਸ ਤਰ੍ਹਾਂ ਦਾ ਕੀ ਵਿਹਾਰ ਹੋਇਆ, ਬਲੂ ਸਟਾਰ ਆਪਰੇਸ਼ਨ ਜਿਹੜਾ ਹੋਇਆ ਉਹਦੇ ਵਿੱਚ ਕੌਣ ਕਿੱਥੇ ਕਿਵੇਂ ਜੂਝਿਆ, ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ, ਕੈਂਪਾਂ ਤੋਂ ਲੈ ਕੇ ਅਤੇ ਆਪਣਾ ਨਾਭੇ ਜੇਲ੍ਹ ਤੋਂ ਲੈ ਕੇ ਜੋਧਪੁਰ ਦੀ ਜੇਲ੍ਹ ਪੂਰੀ ਤਰ੍ਹਾਂ, ਉਹ ਸਾਰਾ 4 ਹਿੱਸਿਆਂ ਵਿੱਚ ਇਹ ਕਿਤਾਬ ਮੇਰੀ ਜਿਹੜੀ ਛਪੀ ਹੈ। ਇਹ ਵੀ ਮੈਂ ਸੋਚਦਾ ਗੁਰੂ ਸਾਹਿਬ ਨੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸਫਲਾ ਕਰਿਆ, ਇਹ ਵੀ ਮੈਂ ਸੇਵਾ ਕਰਨ ਵਿੱਚ ਸਫਲ ਹੋਇਆ। ਪਰ ਮੈਨੂੰ ਅਫਸੋਸ ਨਾਲ ਇਹ ਕਹਿਣਾ ਪਵੇਗਾ ਕਿ ਇਸ ਕਿਤਾਬ ਦੀ ਵੀ ਕੋਈ ਕਿਸੇ ਪ੍ਰਕਾਰ ਦੀ ਕਿਸੇ ਵੱਲੋਂ ਕੋਈ 4 ਅੱਖਰਾਂ ਦੀ ਨਾ ਸਿਫਤ ਹੈ, ਨਾ ਕਿਸੇ ਦੇ ਮਹਾਂਪੁਰਸ਼ਾਂ ਦੇ ਇਤਿਹਾਸ ਨੂੰ ਕਿਸੇ ਨੇ ਖਿੱਚ ਕਰਕੇ, ਭਾਵੇਂ ਮੈਂ ਇਹ ਸੰਗਤ ਜਿਹੜੀ ਆਮ ਸੰਗਤ ਹੈ ਉਹਨਾਂ ਦੇ ਸਹਿਯੋਗ ਨਾਲ ਭਾਈ ਮੁਖਤਿਆਰ ਸਿੰਘ ਮੁਖੀ ਨੇ ਜਿਹੜੇ ਮੇਰੇ ਨਾਲ ਬੜਾ ਪਿਆਰ ਕਰਦੇ, ਉਹਨਾਂ ਵੱਲੋਂ ਉਤਸ਼ਾਹ ਦੇ ਕੇ ਇਹ ਕਿਤਾਬ ਛਪਾਈ ਗਈ ਤੇ ਇਹ ਅਸੀਂ ਮੁਫਤ ਵੰਡੀ ਹੈ, ਕਿਸੇ ਤੋਂ ਕੋਈ ਪੈਸਾ ਨਹੀਂ ਲਿਆ। ਇਹ ਸੇਵਾਵਾਂ ਗੁਰੂ ਸਾਹਿਬ ਨੇ ਕਰਵਾਈਆਂ।